ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਤੂੰ ਸਾਨੂੰ ਅੱਜ ਦਾ ਜੀਵਨ ਦਿੱਤਾ ਹੈ। ਇਸ ਜੀਵਨ ਵਿੱਚ ਆਪ ਦੇ ਵਚਨ ਦਾ ਜਦੋਂ ਅਸੀਂ ਮਨਨ ਕਰਦੇ ਹਾਂ ਤਾਂ ਆਪਣੀ ਬੁੱਧ ਦੇ ਨਾਲ ਸਾਨੂੰ ਅਜਿਹੀਆਂ ਗੱਲਾਂ ਸਿੱਖਣ ਦੇ ਲਈ ਮਦਦ ਕਰ, ਜਿਸ ਦੇ ਵਿੱਚ ਅਸੀਂ ਪਰਮੇਸ਼ਰ ਪਿਤਾ ਤੇਰੇ ਗਵਾਹ ਬਣ ਕੇ ਤੇਰੇ ਨਾਮ ਦੀ ਮਹਿਮਾ ਕਰਦੇ ਹੋਏ ਤੇਰੇ ਰਾਜ 'ਚ ਪਾਏ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ ਜਿੰਨੇ ਵੀ ਇਸ ਵਚਨ ਨੂੰ ਸੁਣਦੇ ਨੇ। ਔਰ ਪਰਮੇਸ਼ਰ ਪਿਤਾ, ਜੋ ਤੇਰਾ ਦਾਸ ਬੋਲਦਾ ਹੈ, ਉਹ ਪਰਮੇਸ਼ਰ ਪਿਤਾ ਤੇਰੇ ਆਤਮਾ ਦੀ ਸਮਝ ਦੇ ਨਾਲ ਤੇਰੇ ਇਸ ਵਚਨ ਦਾ ਵਿਕਾਸ਼ਵਾ ਕਰਕੇ ਤੇਰੇ ਨਾਮ ਨੂੰ ਉੱਚਾ ਕਰ ਸਕੇ। ਅਜਿਹਾ ਹੋਣ ਦੇ ਲਈ ਮਦਦ ਕਰ। ਸਭ ਕੁਝ ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ, ਆਮੈਨ। ਪਿਆਰੇ ਅਜ਼ੀਜ਼, ਅਸੀਂ ਲਗਾਤਾਰ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚੋਂ ਗੂੜ ਗੱਲਾਂ ਸਿੱਖਦੇ ਆ ਰਹੇ ਹਾਂ। ਅੱਜ ਦਾ ਜੋ ਮੇਰਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਣ ਦਾ ਵਿਸ਼ਾ ਹੈ, ਉਹ ਹੈ ਮਸੀਹ ਦੀ ਬੁੱਧ ਹਰ ਸਵਾਲ ਦਾ ਜਵਾਬ ਹੈ। ਮਸੀਹ ਦੀ ਬੁੱਧ ਹਰ ਸਵਾਲ ਦਾ ਜਵਾਬ ਹੈ। ਇਸ ਦੇ ਲਈ ਜੋ ਮੈਂ ਵਚਨ ਲਿਆ ਹੈ, ਉਹ ਲਿਆ ਹੈ ਯਸ਼ਾਇਆ 11 ਅਧਿਆਏ ਉਸ ਦੀ 2 ਆਇਤ। ਇੱਥੇ ਲਿਖਿਆ ਹੈ, ਅਤੇ ਯਹੋਵਾ ਦੀ ਆਤਮਾ, ਬੁੱਧ ਅਤੇ ਸਮਝ ਦੀ ਆਤਮਾ ਅਤੇ ਗਿਆਨ ਅਤੇ ਯਹੋਵਾ ਦੇ ਭੈ ਦੀ ਆਤਮਾ ਉਸ ਉੱਤੇ ਠਹਿਰੀ ਰਹੇਗੀ। ਇਹ ਜਿਹੜਾ ਵਚਨ ਹੈ, ਅਗਰ ਇਸ ਦਾ ਅਸੀਂ ਅਧਿਐਨ ਕਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਇਹ ਪ੍ਰਭੂ ਯਿਸੂ ਮਸੀਹ ਬਾਰੇ ਨਵੀਂ ਗੱਲ ਕਰ ਰਿਹਾ ਹੈ। ਪ੍ਰਭੂ ਯਿਸੂ ਮਸੀਹ ਦੇ ਬਾਰੇ ਯਸ਼ਾਇਆ ਨੇ 700 ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਕਿ ਉਹ ਇਸ ਦੁਨੀਆ ਦੇ ਵਿੱਚ ਮਨੁੱਖੀ ਜੀਵਨ ਨੂੰ ਬਚਾਉਣ ਦੇ ਲਈ ਅਤੇ ਉਸ ਦਾ ਨਿਸਤਾਰਾ ਕਰਨ ਦੇ ਲਈ ਇਸ ਧਰਤੀ ਦੇ ਉੱਤੇ ਆਵੇਗਾ। ਅਤੇ ਉਸੇ ਦੇ ਬਾਰੇ ਇਹ ਆਲੇਖ ਕੀਤਾ ਗਿਆ, ਯਹੋਵਾ ਦੀ ਆਤਮਾ ਅਤੇ ਬੁੱਧ ਅਤੇ ਸਮਝ ਦੀ ਆਤਮਾ ਅਤੇ ਗਿਆਨ ਅਤੇ ਯਹੋਵਾ ਦੇ ਭੈ ਦੀ ਆਤਮਾ ਉਸ ਉੱਤੇ ਠਹਿਰੀ ਰਹੇਗੀ। ਜਦੋਂ ਮੈਂ ਇਸ ਵਚਨ ਦਾ ਮਨਨ ਕਰ ਰਿਹਾ ਸਾਂ ਤਾਂ ਮੇਰਾ ਜੋ ਧਿਆਨ ਹੈ ਉਹ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨ ਦੇ ਉੱਤੇ ਕੇਂਦਰਿਤ ਹੋਇਆ। ਪ੍ਰਭੂ ਯਿਸੂ ਮਸੀਹ ਦੀ ਜੋ ਬੁੱਧ ਹੈ ਉਹ ਪਰਮੇਸ਼ਵਰ ਦੀ ਬੁੱਧ ਹੈ, ਵਾਸਤਵਿਕ ਵਿੱਚ ਪਰਮੇਸ਼ਵਰ ਦੀ ਬੁੱਧ ਹੈ। ਔਰ ਇਸ ਬੁੱਧ ਦੇ ਬਾਰੇ ਯਾਕੂਬ ਆਪਣੀ ਪੱਤਰੀ ਵਿੱਚ ਲਿਖਦਾ ਹੈ, ਜੇ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਸ ਕੋਲੋਂ ਮੰਗੇ, ਉਹ ਬਿਨਾਂ ਸ਼ਰਤ ਮੁਫਤ ਵਿੱਚ ਤੁਹਾਨੂੰ ਦੇਵੇਗਾ। ਔਰ ਇਹ ਪਰਮੇਸ਼ਵਰ ਹੀ ਦੇ ਸਕਦਾ ਹੈ। ਪਰਮੇਸ਼ਵਰ ਨੇ ਮੇਰੀ ਮੁਕਤੀ ਦੇ ਲਈ, ਮੇਰੇ ਲਈ ਮੁਕਤੀ ਦਾ ਕਾਰਜ ਮੁਫਤ ਵਿੱਚ ਕੀਤਾ। ਉਸਨੇ ਮੇਰੇ ਤੋਂ ਕੁਛ ਲਿਆ ਨਹੀਂ, ਕੁਛ ਮੰਗਿਆ ਨਹੀਂ। ਉਸਨੇ ਮੈਨੂੰ ਬਚਾਉਣ ਦੇ ਲਈ, ਮੇਰੇ ਜੀਵਨ ਨੂੰ ਪਰਮੇਸ਼ਵਰ ਦੀ ਮਹਿਮਾ ਦੇ ਲਈ ਰਚਣ ਦੇ ਲਈ ਆਪਣੇ ਜੀਵਨ ਨੂੰ ਮੇਰੇ ਲਈ ਦੇ ਦਿੱਤਾ। ਕਿੰਨੀ ਅਦਭੁਤ ਅਤੇ ਕਿੰਨੀ ਵਡਿਆਈ ਯੋਗ ਗੱਲ ਹੈ। ਜਦੋਂ ਮੈਂ ਇਸ ਵਚਨ ਨੂੰ ਪੜ੍ਹ ਰਿਹਾ ਸਾਂ ਤਾਂ ਮੈਨੂੰ ਇਸ ਵਿੱਚ ਇਹ ਮਿਲਿਆ ਕਿ ਸਾਨੂੰ ਪਰਮੇਸ਼ਵਰ ਦੀ ਬੁੱਧ ਭਾਵ ਯਿਸੂ ਮਸੀਹ ਦੀ ਬੁੱਧ ਦੀ ਮੰਗ ਕਰਦੇ ਰਹਿਣਾ ਚਾਹੀਦਾ। ਕਿਉਂਕਿ ਉਸ ਦੇ ਅੱਗੇ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦਾ ਸਵਾਲ ਉਸ ਦੇ ਅੱਗੇ ਸਥਿਰ ਨਹੀਂ ਰਹਿ ਸਕਿਆ। ਉਸ ਦਾ ਪ੍ਰਤੀ ਉੱਤਰ ਮਾਤਰ ਥੋੜ੍ਹੇ ਸ਼ਬਦਾਂ ਦੇ ਵਿੱਚ ਹੀ ਸੰਤੁਸ਼ਟੀ ਦੇਣ ਵਾਲਾ ਸ਼ਬਦ ਹੈ, ਜੋ ਬੁੱਧ ਦੇ ਨਾਲ ਉਸਨੇ ਦਿੱਤਾ। ਔਰ ਉਸ ਨੂੰ ਅਸੀਂ ਜਿਵੇਂ ਜਿਵੇਂ ਵਚਨ ਦੇ ਵਿੱਚ ਪੜ੍ਹਦੇ ਜਾਂਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ। ਪਹਿਲੀ ਗੱਲ ਮੈਂ ਆਪ ਨੂੰ ਦੱਸ ਦੇਵਾਂ, ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ। ਜੋ ਇਸ ਯੁੱਗ ਦਾ ਈਸ਼ਵਰ ਸੀ, ਉਸ ਦੀ ਬੁੱਧ ਦੀ ਪਰਖ ਕਰਨ ਦੇ ਲਈ, ਉਸ ਦੇ ਜੀਵਨ ਨੂੰ ਧਰਤੀ ਦੇ ਉੱਤੇ ਗਿਰਾਉਣ ਦੇ ਲਈ ਅਤੇ ਉਸ ਨੂੰ ਉਸ ਦੇ ਉਦੇਸ਼ ਤੋਂ ਹਟਾਉਣ ਦੇ ਲਈ ਉਸਨੇ ਉਸ ਦਾ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਅਸੀਂ
ਮਤੀ ਰਚੀ ਸੁਸਮਾਚਾਰ 4 ਅਧਿਆਏ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਸ਼ੈਤਾਨ ਨੇ ਇਸ ਸੰਸਾਰ ਦੀ ਬੁੱਧ ਦੇ ਨਾਲ ਉਸ ਨੂੰ ਉਸ ਦੇ ਆਤਮਿਕ ਉਦੇਸ਼ ਤੋਂ ਉਸ ਨੂੰ ਦੂਰ ਕਰਨ ਦੇ ਲਈ ਉਸ ਨੇ ਉਸੇ ਵਚਨ ਦਾ ਇਸਤੇਮਾਲ ਕੀਤਾ। ਪਰ ਮੈਂ ਸਮਝਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਜੋ ਪਰਮੇਸ਼ਰ ਦੀ ਬੁੱਧ ਹੈ ਉਹ ਉਸ 'ਤੇ ਪ੍ਰਬਲ ਹੋਈ ਅਤੇ ਉਸ ਨੂੰ ਉੱਥੋਂ ਜਾਣਾ ਪਿਆ। ਕਿੰਨੀ ਅਦਭੁਤ ਅਤੇ ਕਿੰਨੀ ਮਹਿਮਾਯੋਗ ਗੱਲ ਹੈ। ਉਸ ਨੇ ਜਦੋਂ ਉਸ ਨੂੰ ਪਰਤਾਇਆ, 4 ਗੱਲਾਂ ਦੇ ਵਿੱਚ ਪਰਤਾਇਆ ਹੈ। ਬੜੀ ਅਦਭੁਤ ਗੱਲ ਹੈ। ਜਦੋਂ ਅਸੀਂ ਇਸ ਵਚਨ ਨੂੰ ਪੜ੍ਹਦੇ ਹਾਂ, ਉਹਦੀ ਪਰਤਾਵੇ ਨੂੰ ਪੜ੍ਹਦੇ ਹਾਂ, ਜੋ ਉਸ ਨੇ ਬੁੱਧ ਦੇ ਨਾਲ ਉਸ ਨੂੰ ਆਪਣੀ ਸੰਸਾਰਿਕ ਬੁੱਧ ਦੇ ਨਾਲ, ਕਿਉਂਕਿ ਲਿਖਿਆ ਹੈ ਜਦੋਂ ਆਦਮ ਨੇ ਪਾਪ ਕੀਤਾ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਸੰਸਾਰ ਦੀ ਬੁੱਧ ਦੇ ਲਈ, ਆਤਮਿਕ ਬੁੱਧ ਬੰਦ ਹੋ ਗਈ। ਪਰ ਪ੍ਰਭੂ ਯਿਸੂ ਮਸੀਹ ਦੀ ਆਤਮਿਕ ਬੁੱਧ ਜੋ ਮਨੁੱਖ ਨੂੰ ਬਚਾਉਣ ਦੇ ਲਈ, ਮਨੁੱਖ ਨੂੰ ਮਹਿਮਾ ਦੇ ਲਈ ਜਾਗਰਤ ਕਰਨ ਦੇ ਲਈ ਸੀ, ਉਸ ਨੇ ਉਸ ਦਾ ਪ੍ਰਤੀ ਉੱਤਰ ਬੜੇ ਹੀ ਸਫਾਈ ਦੇ ਨਾਲ, ਉਹ ਬੜੇ ਹੀ ਨਮਰਤਾ ਦੇ ਨਾਲ ਦਿੱਤਾ। ਪਹਿਲੀ ਗੱਲ ਦਾ ਇਸਤੇਮਾਲ ਕੀਤਾ ਗਿਆ शारीरिक भुख दे लई, शारीरिक भुख दे लई। कितनी अद्भुत गल है। जदों उसने पूछया, उसनूं भुख लगी, भुख दे विच उसने कहा कह ना पत्थरां नूं कि रोटी बन जाण, क्योंकि वचन दे विच लिखिया है। उसने भी वचन दे विचों ही उत्तर दिता, लिखिया है मनुख निरा रोटी दे नाल नहीं परमेश्वर दे हर एक उस वाक दे नाल जो उसके मुख तो निकलता है जिउंदा रहेगा। बड़ी सावधानी दे नाल और बड़े ही धार्मिकता दे नाल, बड़े ही आत्मिकता दे नाल प्रभु यीशु मसीह ने उस नूं परमेश्वर दी बुद्ध दा जवाब दिता अते उत्थों हार गया, अते उत्थों हार गया। फिर दुष्ट ने उस नूं परताण दे लई माया दा जाल उसके अगे रखिया। माया दा जाल मतलब कि उस नूं उच्चे उत्ते लै गया, उच्चे उत्ते ले जाके उस नूं कहा कि अपने आप नूं इत्थों थल्ले डेग, क्योंकि तेरे विखे लिखिया है जबूर दे विच कि तैनूं परमेश्वर दे पुत्र हथों हथ चुक लैणगे। उत्थे भी बड़ी समझ नाल, बड़ी बुद्ध दे नाल जो परमेश्वर दी है, परमेश्वर दे वचन तो ही उत्तर दिता उसने क्या लिखिया है, अपने परमेश्वर नूं ना परता, अपने परमेश्वर नूं ना परता। बड़े नम्रता दे नाल, बड़े धीरजता दे नाल जवाब दिता। उस तो उपरंत फिर उसनूं दुनिया की धन दौलत दे नाल उसनूं परताउण दे लई उसने इस्तेमाल किया। सारियां पातशाहियां, सारे धन दौलत उसके सामने रख दी अते उसनूं कहा ये सब मैं तैनूं दे दूंगा, तू बस मैनूं सजदा कर। परमेश्वर पुत्र ने उत्थे भी बड़े नम्रता दे नाल जवाब दिता। लिखिया है तू इकल्ले अपने परमेश्वर की इबादत कर, उसे दे अगे अपने आप नूं न्यो के उसकी भगती कर। और उस तो उपरंत उसने कहा शैतान इत्थों चलिया जा। तिन्नां गल्लां दे विचों कोई भी प्रत्युत्तर उसनूं नहीं मिलिया। इसलिए मैं जदों इस वचन नूं पढ़ रहा सी तां मैनूं ये चीज़ मिली कि मसीह दी बुद्ध जो परमेश्वर तो है उसनूं कोई भी इस दुनिया का सवाल जवाब लज्जत नहीं कर सकता, लज्जत नहीं कर सकता। मनुखा ने सवाल किए प्रभु यीशु मसीह,
ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਵਾਲ ਕੀਤੇ ਤਾਂ ਪ੍ਰਭੂ ਯਿਸੂ ਮਸੀਹ ਨੇ ਵੀ ਬੜੀ ਹੀ ਸੂਝਵਾਨੀ ਦੇ ਨਾਲ ਉਹਨਾਂ ਦੇ ਨਾਲ ਪ੍ਰਤੀਉੱਤਰ ਦਿੱਤੇ। ਅੱਜ ਮਸੀਹੀ ਸਮਾਜ ਦੇ ਵਿੱਚ ਮੈਂ ਜਦੋਂ ਦੇਖਦਾ ਹਾਂ ਲੋਕ ਗੱਲ ਕਰਦੇ ਨੇ, ਉਹ ਗੱਲਾਂ ਨੂੰ ਖਿੱਚ ਕੇ ਬਤੰਗੜ ਬਣਾ ਦਿੰਦੇ ਆ। ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਬੋਲਣਾ ਕੀ ਹੈ। ਜਦੋਂ ਕੋਈ ਸਵਾਲ ਕਰਦਾ ਹੈ ਤਾਂ ਮੈਂ ਸਮਝਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਦਾ ਮਨ ਅਤੇ ਬੁੱਧ ਅਤੇ ਸਮਝ ਸਾਡੇ ਵਿੱਚ ਹੋਣੀ ਚਾਹੀਦੀ ਹੈ। ਕਿੱਦਾਂ? ਨਮਰਤਾ ਦੇ ਨਾਲ, ਦੀਨਤਾ ਦੇ ਨਾਲ। ਜਦੋਂ ਅਸੀਂ ਨਮਰਤਾ ਅਤੇ ਦੀਨਤਾ ਅਤੇ ਸ਼ਾਂਤੀ ਦੇ ਨਾਲ ਸੁਣਦੇ ਹਾਂ ਤਾਂ ਪਰਮੇਸ਼ਰ ਦੀ ਬੁੱਧ ਵੀ ਉਸੇ ਸ਼ਾਂਤੀ ਦੇ ਵਿੱਚ ਉਸ ਨੂੰ ਜਵਾਬ ਦਿੰਦੀ ਹੈ। ਉਹਨਾਂ ਕੋਲ ਕੋਈ ਪ੍ਰਤੀਉੱਤਰ ਨਹੀਂ ਹੁੰਦਾ, ਕੋਈ ਪ੍ਰਤੀਉੱਤਰ ਨਹੀਂ। ਮੈਂ ਆਪ ਨੂੰ ਇੱਕ ਬੜੀ ਗੱਲ ਦੱਸਣਾ ਚਾਹੁੰਦਾ ਹਾਂ। ਮੇਰੇ ਪ੍ਰੈਕਟੀਕਲ ਵਾਸਤਵਿਕ ਜਦੋਂ ਅਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਦੇ ਲਈ ਜਾਂਦੇ ਹਾਂ, ਅਤੇ ਮੈਂ ਇਕੱਲਾ ਹੀ ਪ੍ਰਚਾਰ ਦੇ ਵਿੱਚ ਜਾਂਦਾ ਸਾਂ ਜਦੋਂ ਇੱਥੇ ਮੈਂ ਆਪਣੇ ਮਾਲਪੁਰ ਖੇਤਰ ਦੇ ਵਿੱਚ ਸਾਂ। ਤਦ ਇੱਕ ਬਜ਼ੁਰਗ ਭਾਈ ਬੈਠਾ ਹੋਇਆ ਸੀ ਮੰਜੀ 'ਤੇ, ਅਤੇ ਉਸ ਨੂੰ ਮੈਂ ਕਿਹਾ, ਭਾਈ ਆਹ ਰੱਬ ਦੀ ਬਾਣੀ ਹੈ ਜਿਹੜੀ ਜੀਵਨ ਦਿੰਦੀ ਹੈ, ਜਿਹੜੀ ਮਨੁੱਖਾਂ ਨੂੰ ਉਹਨਾਂ ਦੇ ਪਾਪਾਂ ਤੋਂ ਮੁਕਤ ਕਰਦੀ ਹੈ, ਇਹ ਮੈਂ ਆਪ ਨੂੰ ਦੇਣਾ ਚਾਹੁੰਦਾ, ਤੁਸੀਂ ਲੈਣਾ ਚਾਹੋਗੇ? ਉਹਨੇ ਪਹਿਲਾਂ ਮੈਨੂੰ ਪੁੱਛਿਆ ਇਹ ਕਿਹਦੀ ਬਾਣੀ ਹੈ। ਮੈਂ ਉਹਨੂੰ ਸਾਫ਼ ਸ਼ਬਦਾਂ ਨਾਲ ਕਿਹਾ ਯਿਸੂ ਮਸੀਹ ਦੀ ਬਾਣੀ ਹੈ। ਉਸਨੇ ਕਿਹਾ ਉਹ ਤਾਂ ਵਿਦੇਸ਼ੀ ਗੁਰੂ ਹੋਇਆ, ਇਹ ਤਾਂ ਵਿਦੇਸ਼ੀ ਹੈ, ਮੈਂ ਨਹੀਂ ਲੈਣੀ। ਮੈਂ ਉਹਨੂੰ ਬੜੇ ਨਮਰਤਾ ਦੇ ਨਾਲ ਅਤੇ ਸਹਿਜਤਾ ਦੇ ਨਾਲ ਕਿਹਾ, ਮੈਂ ਕਿਹਾ ਭਾਈ ਇਹ ਜੋ ਸਿਗਰਟ ਪੀ ਰਿਹਾ ਹੈ, ਇਹ ਕਿਹੜੀ ਸਿਗਰਟ ਹੈ? ਇਹ ਤਾਂ ਵਿਦੇਸ਼ੀ ਸਿਗਰਟ ਹੈ, ਫਿਰ ਇਹਨੂੰ ਵੀ ਨਾ ਪੀ। ਉਹ ਬੜਾ ਤੈਸ਼ ਵਿੱਚ ਆਇਆ, ਉਹਨੇ ਉਸੇ ਵੇਲੇ ਉਹ ਸਿਗਰਟ ਥੱਲੇ ਸੁੱਟ ਦਿੱਤੀ। ਮੈਂ ਕਿਹਾ ਦੇਖ, ਇਸ ਬਾਣੀ ਦੀ ਮੈਂ ਗੱਲ ਕੀਤੀ, ਇਸ ਬਾਣੀ ਨੂੰ ਸੁਣ ਕੇ ਤੈਂ ਇੱਕ ਸਿਗਰਟ ਥੱਲੇ ਸੁੱਟਤੀ। ਜੇ ਬਾਣੀ ਤੇਰੇ ਅੰਦਰ ਆ ਜਾਊਗੀ ਤਾਂ ਤੇਰੇ ਅੰਦਰ ਜਿਹੜੀਆਂ ਜਿਹੜੀਆਂ ਬੁਰੀਆਂ ਚੀਜ਼ਾਂ ਉਹ ਬਾਹਰ ਸੁੱਟ ਦੂਗੀ ਅਤੇ ਤੈਨੂੰ ਇੱਕ ਅੱਛਾ ਇਨਸਾਨ ਬਣਾ ਦੂਗੀ। ਉਸਦੇ ਕੋਲ ਕੋਈ ਪ੍ਰਤੀਉੱਤਰ ਨਹੀਂ ਸੀ, ਕੋਈ ਪ੍ਰਤੀਉੱਤਰ ਨਹੀਂ ਸੀ। ਮੇਰੇ ਪਿਆਰੇ ਅਜ਼ੀਜ਼, ਜਦੋਂ ਅਸੀਂ ਪਰਮੇਸ਼ਰ ਦੀ ਬੁੱਧ ਦੇ ਨਾਲ ਗੱਲ ਕਰਦੇ ਹਾਂ, ਪਰਮੇਸ਼ਰ ਦੀ ਬੁੱਧ ਦਾ ਅਸੀਂ ਯੂਜ਼ ਕਰਦੇ ਹਾਂ, ਤਦ ਉਹ ਸਾਡੇ ਜੀਵਨ ਦੇ ਵਿੱਚ ਸਾਨੂੰ ਪ੍ਰਤੀਉੱਤਰ ਦੇਣ ਵਾਲਾ ਮਨ ਅਤੇ ਬੁੱਧ ਅਤੇ ਸਮਝ ਦੇ ਦਿੰਦੇ, ਅਤੇ ਉਸ ਦਾ ਕੋਈ ਵੀ ਸਾਹਮਣਾ ਨਹੀਂ ਕਰ ਸਕਦਾ, ਕੋਈ ਵੀ ਸਾਹਮਣਾ ਨਹੀਂ ਕਰ ਸਕਦਾ, ਕਿਉਂਕਿ ਉਸ ਦੇ ਅੱਗੇ ਕੋਈ ਹੈ ਹੀ ਨਹੀਂ। ਪ੍ਰਭੂ ਯਿਸੂ ਮਸੀਹ ਨੇ ਇੱਕ ਗੱਲ ਕਹੀ ਸੀ, ਯਹੋਨਾ ਦੀ ਅੰਜੀਲ ਜਦੋਂ ਮੈਂ ਉਸ ਦਾ 16 ਅਧਿਆਏ ਉਸ ਦੀ 23-24 ਆਇਤ ਨੂੰ ਪੜ੍ਹਦਾ ਹਾਂ ਤਾਂ ਪ੍ਰਭੂ ਯਿਸੂ ਮਸੀਹ ਨੇ ਉਸ ਸਮੇਂ ਦੇ ਜੋ ਲੋਕ ਉਸ ਦੇ ਨਾਲ ਸਵਾਲ ਜਵਾਬ ਕਰਦੇ ਸੀ ਤਾਂ ਉਹਨਾਂ ਨੂੰ ਇਹ ਗੱਲ ਕਹੀ, ਕਹਿੰਦਾ ਉਸ ਦਿਨ ਤੁਸੀਂ ਮੇਰੇ ਤੋਂ ਕੁਛ ਨਾ ਪੁੱਛੋਗੇ, ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੇ ਪਿਤਾ ਤੋਂ ਕੁਛ ਮੰਗੋ ਤਾਂ ਮੇਰੇ ਨਾਮ 'ਚ ਤੁਹਾਨੂੰ ਦੇਵੇਗਾ। ਹੁਣ ਤੱਕ ਤੁਸੀਂ ਮੇਰੇ ਨਾਂ 'ਚ ਕੁਛ ਮੰਗਿਆ ਨਹੀਂ, ਮੰਗੋ ਤਾਂ ਪਾਓਗੇ ਕਿ ਤੁਹਾਡਾ ਆਨੰਦ ਪੂਰਾ ਹੋ ਜਾਵੇ। ਪ੍ਰਭੂ ਯਿਸੂ ਮਸੀਹ ਨੇ ਸਾਫ਼ ਰੀਤੀ ਨਾਲ ਕਿਹਾ, ਤੁਸੀਂ ਹਜੇ ਤੱਕ ਮੇਰੇ ਨਾਮ 'ਤੇ ਕੁਛ ਮੰਗਿਆ ਹੀ ਨਹੀਂ। ਅਤੇ ਮੰਗਣਾ ਕੀ ਚਾਹੀਦਾ? ਬੁੱਧ। ਸੁਲੇਮਾਨ ਨੇ ਪਰਮੇਸ਼ਵਰ ਤੋਂ ਕੀ ਮੰਗੀ? ਬੁੱਧ। ਜਦੋਂ ਬੁੱਧ ਮੰਗੀ, ਧਨ ਦੌਲਤ ਅਤੇ ਸ਼ੋਹਰਤ ਅਤੇ ਇੱਜ਼ਤ ਉਹਦੇ ਪਿੱਛੇ ਆ ਗਈ, ਤੇ ਉਸ ਦੇ ਅੱਗੇ ਕੋਈ ਵੀ, ਬਹੁਤ ਲੋਕਾਂ ਨੇ ਉਸ ਨੂੰ ਪਰਤਾਉਣ ਦੀ ਕੋਸ਼ਿਸ਼ ਕੀਤੀ, ਕੋਈ ਉਹਦੇ ਅੱਗੇ ਖੜਾ ਹੀ ਨਹੀਂ ਰਹਿ ਸਕਿਆ। ਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ
कि जे तुसी मेरे को मंगोगे तो मैं दूंगा, तुसी हजे तक मंगिया ही नहीं। तो असी मंगते की हैं? असी बुद्ध नहीं मंगते, असी मंगते की हैं? मैनू बाहर का वीज़ा लग जाए, मेरी नौकरी लग जाए, मेरे घर की सैटिंग हो जाए, मेरा आ बन जाए, मेरा ओ हो जाए। जिस चीज़ के उत्ते परमेश्वर मैनू स्थिर करना चाहता है, जिस चीज़ के उत्ते परमेश्वर मैनू लैके जाना चाहता, वो चीज़ असी उहदे अगे नहीं रखते ना मंगते। असी संसारिक गल्लां, कहता है ना शैतान ने जदों उहनूं पाप दे विच फसला दिता तो उहदी अख खुल गई संसार की, तो असी हजे भी उस संसार की गल दे उत्ते जा रहे हैं। अज भी मैं किसी नाल गल कर रहा सा, तो उहदे नाल जदों मैं गल कर रहा सी, मैं कहा जदों तक असी इमोशनल गल्लां दे विच जावांगे, इमोशनल गल्लां दे नाल बहुत सारे इस दुनिया के प्रचारक लोकां दे आत्मिकता नूं घात कर रहे हैं। इमोशनल गल्लां दे परमेश्वर दा वजन इमोशनल नहीं है, आत्मिक है। वो आत्मिकता जिहड़ी है, जे मेरी आत्मिकता जागृत हो गई तो मेरे शरीर दे विच परमेश्वर दी महिमा प्रगट हो गई। ते जे असी शरीरिक प्यारो, फिर मेरे विच परमेश्वर दी बुद्ध नहीं, संसार दे शैतान दी बुद्ध है। असी परमेश्वर दे कोलों मंग करनी है कि परमेश्वर मैनू, परमेश्वर दी आत्मा दी बुद्ध, समझ दी आत्मा अते ज्ञान दा आत्मा अते परमेश्वर दे भय दी आत्मा ते, जिस दे नाल मैं शांत अते नम्रता दे नाल हर एक नूं प्रत्युत्तर देना सीख जावां। जिस तरह प्रभु यीशु मसीह ने फरीसियां ते यहूदियां ने उन्होंने फसाउण दी कोशिश की। उन्होंने प्रभु यीशु मसीह ने एक ही गल उन्होंने अगे रखी कि दसो यूहन्ना दा बपतिस्मा परमेश्वर वालों सी या मनुखा वालों सी? वो फस चुके सी। उन्होंने कहते सानू नहीं पता, कहता जाओ मैं भी नहीं दसदा मैं किस अधिकार नाल काम कर रहा। मेरे प्यारे अजीज, जे तुसी चाहते हो कि असी परमेश्वर दे वचन दे नाल भरपूर होइए, तो परमेश्वर दे अगे नित प्रार्थना करके मंगो, परमेश्वर मैनू अपनी बुद्ध दे, जिस दे नाल मैनू इस दुनिया दे सामने, इस संसार दे ईश्वर दे सामने मैनू प्रति उत्तर देना आ जाए, जिस तो मैनू लज्जा ना आवे। क्योंकि परमेश्वर दा वचन, परमेश्वर दी बुद्ध मैनू कदे लज्जित अते शर्मिंदा नहीं होण दिंदी। जे तुसी चाहते हो तो परमेश्वर ये बुद्ध देण दे लई तैयार है। याकूब कहंदा उहदे कोलों मंगो तो बिना उलांभे देवेगा। मंगणी किने है? मैं मंगणी किने है? ओनू जिहनूं लोड़ है। असी कहने आ सानू बाइबल पढ़नी आ जाए, जिस तरह प्रचार करते उस तरह। मैं क्या बैठो तुहानूं आ जाएगी। मैं कहना हाँ उहदे कोलों मंगो तो तुहानूं मिल जाएगी। पर असी आप मेहनत करना नहीं चाहते हैं, दूसरा साडे लई मेहनत करे। इस तरह प्रभु यीशु मसीह ने अपने चेलियां नूं मेहनत करनी सिखाई अते उन्होंने मेहनत की अते जग दे विच उन्होंने धुम्मां पा दित्तियां कि तुसी धुम्म नहीं पा सकते, पा सकते हैं। परमेश्वर तुहानूं बुद्ध देण दे लई तैयार खड़ा है। परमेश्वर चाहुंदा है तुसी बुद्ध मंगो। ये बुद्ध मिलनी किदां है? सवाल हुण मैं आप दे के रख रहा। ये बुद्ध मिलनी है जे तुसी प्रभु यीशु मसीह नूं हजे तक स्वीकार नहीं किया, अपना मुक्तिदाता नहीं मन्निया। पहला तो उन्होंने अपना मुक्तिदाता मनो, उन्होंने कहो, उस परमेश्वर दे अगे गल कहो, प्रभु परमेश्वर मैं मनदा हाँ कि मैं पापी हाँ अते मेरे पापी दे लई
ਜੋ ਤੂੰ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਘੱਲਿਆ, ਜਿਹਨੇ ਮੇਰੇ ਪਾਪਾਂ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਜਾਨ ਦਿੱਤੀ, ਮੇਰੇ ਲਈ ਮਾਰਿਆ ਗਿਆ ਅਤੇ ਦਫਨ ਕੀਤਾ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ। ਹੁਣ ਉਹ ਮੇਰਾ ਪ੍ਰਭੂ ਹੈ। ਹੁਣ ਮੇਰਾ ਜੀਵਨ ਮੇਰਾ ਨਹੀਂ, ਉਹਦਾ ਹੈ। ਮੰਗਦਾ ਯਿਸੂ ਮਸੀਹ ਦੇ ਨਾਂ ਤਾਂ ਤੁਹਾਡੇ ਵਿੱਚ ਪਰਮੇਸ਼ਰ ਦਾ ਆਤਮਾ ਆ ਜਾਏਗਾ। ਫਿਰ ਉਹਦੇ ਕੋਲੋਂ ਮੰਗ ਕਰੋ, ਪ੍ਰਭੂ ਹੁਣ ਮੈਨੂੰ ਇਸ ਸੰਸਾਰ ਦੇ ਵਿੱਚ ਚੱਲਣ ਦੇ ਲਈ ਆਪਣੀ ਬੁੱਧ ਦੇ, ਤਾਂ ਕਿ ਮੈਂ ਪਵਿੱਤਰਤਾ ਦੇ ਵਿੱਚ ਜੀਵਨ ਬਤੀਤ ਕਰਦਾ ਹੋਇਆ ਤੇਰੇ ਸਵਰਗ ਰਾਜ ਵਿੱਚ ਪਹੁੰਚਾਂ। ਫਿਰ ਦੇਖੋ ਕਿੱਦਾਂ ਤੁਹਾਨੂੰ ਨਿਤ ਪ੍ਰਤੀ ਦਿਨ ਆਪਣੀ ਬੁੱਧ ਅਤੇ ਵਚਨ ਨੂੰ ਭੇਤਾਂ ਦੇ ਸਮਝਣ ਦੇ ਲਈ ਆਪਣਾ ਗਿਆਨ ਦਿੰਦਾ ਹੈ। ਇਹ ਤਰੀਕਾ ਹੈ, ਇਹ ਪਰਮੇਸ਼ਵਰ ਨੇ ਮੇਰੇ ਲਈ ਇੰਤਜ਼ਾਮ ਕੀਤਾ ਹੈ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਮਿਲੇਗਾ। ਜਿਨ੍ਹਾਂ ਨੇ ਇਹ ਸਵੀਕਾਰ ਕਰ ਲਿਆ ਉਹ ਨਿਤ ਪ੍ਰਾਰਥਨਾ ਕਰਨ, ਪ੍ਰਭੂ ਮੈਨੂੰ ਆਪਣੀ ਬੁੱਧ ਦੇ, ਤਾਂ ਕਿ ਤੇਰੀ ਬੁੱਧ ਦੇ ਵਿੱਚ ਵਾਧਾ ਹੋਇਆ ਤੇਰੇ ਨਾਲ ਜਾ ਮਿਲਾਂ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਕੋਈ ਵੀ ਇਸ ਸੰਸਾਰ ਦੇ ਵਿੱਚ ਮਸੀਹ ਯਿਸੂ ਦੇ ਜੀਵਨ ਵਿੱਚ ਚੱਲਦਿਆਂ ਹੋਇਆ ਉਸ ਨੂੰ ਕਦੇ ਲੱਜ਼ਤ ਨਹੀਂ ਕਰ ਸਕਦਾ, ਕਿਉਂਕਿ ਸਾਡਾ ਪ੍ਰਭੂ ਜਿੱਤਿਆ ਹੋਇਆ ਪ੍ਰਭੂ ਹੈ, ਹਾਰਿਆ ਹੋਇਆ ਪ੍ਰਭੂ ਨੇ। ਉਸ ਦੇ ਪਿੱਛੇ ਚੱਲਣ ਦੇ ਲਈ ਪਰਮੇਸ਼ਰ ਤੋਂ ਬਲ ਮੰਗੋ, ਉਹ ਤੁਹਾਨੂੰ ਦੇਵੇਗਾ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਉਸ ਦੀ ਬੁੱਧ ਨੂੰ ਪ੍ਰਾਪਤ ਕਰਨ ਦੇ ਲਈ ਆਪ ਨੂੰ ਬਲ ਦੇਵੇ। ਜੈ ਮਸੀਹ ਦੀ। ਮਾਰਾਨਾਥਾ।